पद पंकज बंदन पद पंकज बंदन सिमरो अंगद दोख निकंदन दोख निकंदन अमरदास गुर हृदय त्यामो हृदय त्याम श्री गुरु रामदास गुण गावो श्री गुरु रामदास गुण गुरु अर्जन विघ्नन के नाशक विघ्नन के नाशक गुरु हरगोबिंद शुभ मत प्रकाश शुभ मत गुरु हर राय नमो कर जोरी नमो कर श्री हर कृष्ण मनाए बहोरी मनाए तेग बहादुर परम कृपाला जी परम कृपाला गुरु गोबिंद सिंह बिसाला गुरु गोबिंद सिंह तरों तरापुर पुन पुन सीसा जी पुन पुन बंदों बार बार जगदीशा बंदों बार बार जगदीशा। श्री गुरु ग्रंथ साहिब महाराज जी दी पावन हजूरी अंदर सुभाएमान सत संगी जनों मनुख नूं ये जो जन्म मिलिया होया है किसी कारज दे वास्ते मिलिया है। इसने इस जन्म दे राही इस दी सुरत ने किसी मंजिल ते अपड़ना है। जदों तई सुरत उस मंजिल तई पहुँच नहीं करती गमन नहीं करती उदों तई मनुख दी इत्थे आउणा और ये जन्म धारण करना व्यर्थ है निफल है कोई फल नहीं है। तीन प्रकार के मनुख मन्ने जाते ने तीन प्रकार दी श्रेणियां मन्नियां जांदियां ने। कहंदे एक ते वो श्रेणी है जिन्हां नूं असीं जानवर कहंदे ना। जानवर वो ने जिन्हां दे कोल समझ नहीं है सुरत नहीं है। समझ सिर्फ इन्नी है घर बना लेंदे ने रोटी खा लेंदे ने बच्चे पाल लेंदे ने इन्नी समझ है बस। इस तो ज़्यादा उन्हां नूं समझ नहीं है। और ऐसी गल नहीं है उन्हां दे रिश्तेदार नहीं हैं रिश्तेदार भी हैगे ने पर उन्हां दे विच इस तरीके दा मोह नहीं है जैसा मनुख दे विच है। दूजी जिहड़ी श्रेणी है वो श्रेणी मनुखां दी मन्नी जाती है। मनुख सिर्फ ये नहीं सिर्फ खाण पीण ते ही सीमित है। मनुख नूं इन्नी समझ है इहदे अंदर ऐसी संभावना है ये अपने अंदरों अपनी सुरत नूं परमात्मा नाल जोड़ सकता है। इनू समझ है इसनूं कल्ली अपने शरीर की समझ नहीं बाहर जिन्नी जूनियां ने उन्हां दे सुभाव की भी समझ है। असीं वेख सकते हाँ एक कूकर है एक कूकर नूं जां मिर्ग नूं हिरण नूं अपने आप की समझ है। उस हिरण नूं दूजे दरख्त की ते दूजियां की समझ नहीं है। पर एक मनुख है जिन्हों अपनी समझ ते है नाल नाल बाहर सारी समझ है किहड़ा दरख्त कौड़ा है किहड़ा मिठा है ये समझ इसनूं है।
ਤੀਜੀ ਸ਼੍ਰੇਣੀ ਉਹ ਹੈ, ਇਹਦੇ ਕੋਲ ਸਮਝ ਹੈ ਔਰ ਇਸ ਸਮਝ ਨੂੰ ਮਿਲਾ ਕੇ ਇਹ ਸਰੀਰ ਦੇ ਦੁਆਰਾ ਉਸ ਪਰਮਾਤਮਾ ਦੇ ਵਿੱਚ ਜੋੜ ਸਕਦਾ ਹੈ। ਚੇਤਨਾ ਜਿਹੜੀ ਹੈ ਉਹ ਪਰਮਾਤਮਾ ਦੇ ਵਿੱਚ ਜੁੜ ਸਕਦੀ ਹੈ। ਵੈਸੇ ਤੇ ਜੇ ਬੜੀ ਗੰਭੀਰਤਾ ਦੇ ਨਾਲ ਵੇਖਿਆ ਜਾਏ, ਮਨੁੱਖ ਨੇ ਸਿਰਫ ਚੇਤਨਾ ਨੂੰ ਪਾਉਣਾ ਹੀ ਹੈ ਬਸ। ਐਸਾ ਨਹੀਂ ਹੈ ਮਨੁੱਖ ਪਰਮਾਤਮਾ ਵਿੱਚ ਨਹੀਂ ਜੀ ਰਿਹਾ, ਜੀ ਤੇ ਇਹ ਰਿਹਾ ਹੈ, ਇਹਨੇ ਸਮਝਣਾ ਹੈ ਬਸ। ਇਹ ਪਰਮਾਤਮਾ ਵਿੱਚ ਹੀ ਜੀ ਰਿਹਾ ਹੈ, ਬਸ ਇਹਨੇ ਸਮਝਣਾ ਹੈ ਮੈਂ ਪਰਮਾਤਮਾ ਵਿੱਚ ਜੀ ਰਿਹਾ। ਜਦੋਂ ਇਸ ਨੂੰ ਇਸ ਪ੍ਰਕਾਰ ਦੀ ਸਮਝ ਲੱਗ ਜਾਏਗੀ, ਫਿਰ ਇਸ ਦੇ ਡਰ ਅਤੇ ਚਿੰਤਾਵਾਂ ਇਹ ਖਤਮ ਹੋ ਜਾਣਗੇ ਜਿਸ ਦਿਨ ਸਮਝ ਲੱਗ ਗਈ। ਮੈਂ ਕਈ ਵਾਰੀ ਆਪ ਜੀ ਨੂੰ ਕਿਹਾ ਹੈ, ਇਹ ਉਦਾਹਰਣ ਅਕਸਰ ਦਿੱਤਾ ਜਾਂਦਾ ਹੈ ਕਿ ਜਿਵੇਂ ਇੱਕ ਮਨੁੱਖ ਨੇ ਆਪਣੇ ਹੱਥ ਦੇ ਵਿੱਚ ਬੜਾ ਕੀਮਤੀ ਬ੍ਰੈਸਲੇਟ ਪਾਇਆ ਹੋਇਆ, ਹੱਥ ਦੇ ਵਿੱਚ ਬੜਾ ਮਹਿੰਗਾ ਕੜਾ ਪਾਇਆ ਹੈ, ਬ੍ਰੈਸਲੇਟ ਪਾਇਆ ਹੈ, ਤੇ ਉਹ ਕਹੇ ਮੇਰਾ ਜਿਹੜਾ ਕੜਾ ਹੈ ਹੱਥ ਦੇ ਵਿੱਚ ਪਾਇਆ ਹੈ ਇਹ ਗੁੰਮ ਹੋ ਗਿਆ ਹੈ, ਐਵੇਂ ਕਹਿਣ ਲੱਗ ਜਾਏ। ਬੜਾ ਪਰੇਸ਼ਾਨ, ਮਹਿੰਗਾ ਬੜਾ ਹੈ, ਸਾਰਾ ਪਰਿਵਾਰ ਲੱਭਦਾ ਹੈ, ਸਾਰੇ ਘਰ ਦੇ ਲੱਭਦੇ ਨੇ, ਲੱਭੋ ਬਈ ਗੁੰਮ ਹੋ ਗਿਆ, ਮਹਿੰਗਾ ਹੈ, ਸਾਰੇ ਲੱਭ ਰਹੇ ਨੇ। ਥੋੜੀ ਦੇਰ ਦੇ ਵਿੱਚ ਇੱਕ ਮਨੁੱਖ ਬਾਹਰੋਂ ਆਉਂਦਾ ਹੈ, ਕਹਿੰਦੇ ਕੀ ਲੱਭ ਰਹੇ ਹੋ? ਕਹਿੰਦੇ ਕੜਾ ਗੁੰਮ ਹੋ ਗਿਆ, ਉਹ ਲੱਭ ਰਹੇ ਆ। ਉਹ ਕਹਿੰਦਾ ਗੁੰਮ ਕਿੱਥੇ ਹੋਇਆ? ਤੇਰੇ ਹੱਥ ਵਿੱਚ ਵੇਖ ਪਿਆ ਤੇ ਹੈ। ਕਹਿੰਦਾ ਉਹ ਲੱਭ ਗਿਆ ਹੈ। ਨਾਲ ਹੀ ਕਹਿੰਦਾ ਲੱਭ ਗਿਆ ਹੈ। ਅਸਲ ਦੇ ਵਿੱਚ ਲੱਭਿਆ ਨਹੀਂ ਹੈ, ਉਹ ਤੇ ਪਹਿਲਾਂ ਹੀ ਸੀ, ਤੂੰ ਭੁੱਲ ਗਿਆ ਸੀ, ਬਸ ਗੱਲ ਇੰਨੀ ਹੈ। ਲੱਭਣਾ ਕਿਤੋਂ? ਹੱਥ ਦੇ ਵਿੱਚ ਹੀ ਸੀ, ਹੱਥ ਤੋਂ ਤੇ ਦੂਰ ਹੋਇਆ ਹੀ ਨਹੀਂ, ਹੱਥ ਤੋਂ ਦੂਰ ਨਹੀਂ ਗਿਆ। ਇਹਦਾ ਮਤਲਬ ਲੱਭਿਆ ਨਹੀਂ ਹੈ, ਉਹ ਪਹਿਲਾਂ ਹੀ ਸੀ ਪਰ ਤੂੰ ਭੁੱਲ ਗਿਆ ਸੀ। ਬਸ ਐਸਾ ਹੀ ਸਮਝ ਲੈਣਾ ਚਾਹੀਦਾ ਹੈ, ਪਰਮੇਸ਼ਰ ਦੂਰ ਨਹੀਂ ਹੈ, ਭੁੱਲ ਗਿਆ ਮਨੁੱਖ ਬਸ। ਤਾਂ ਹੀ ਬਾਣੀ ਕਹਿੰਦੀ ਹੈ ਉਹਦਾ ਭੁੱਲਣਾ ਹੀ ਰੋਗ ਬਣ ਜਾਂਦਾ ਹੈ। ਉਹਦੇ ਭੁੱਲਣ ਦੇ ਨਾਲ ਹੀ ਬੜੀਆਂ ਭੁੱਲਾਂ ਹੁੰਦੀਆਂ ਨੇ, ਫਿਰ ਉਸ ਦੇ ਭੁੱਲਣ ਦੇ ਨਾਲ ਹੀ ਬੜੇ ਪਾਪ ਕਰਮ ਹੁੰਦੇ ਨੇ, ਉਸ ਦੇ ਭੁੱਲਣ ਦੇ ਨਾਲ ਹੀ ਹੰਕਾਰ ਉਪਜਦਾ ਹੈ, ਮੋਹ ਉਪਜਦਾ ਹੈ, ਅਗਿਆਨਤਾ ਉਪਜਦੀ। ਸਾਰੀਆਂ ਨਿਆਮਤਾਂ ਜਿਹੜੀਆਂ ਹਨ, ਸਾਰੀਆਂ ਅਲਾਮਤਾਂ ਨੇ ਜਿਹੜੀਆਂ ਉਹਦੇ ਭੁੱਲਣ ਦੇ ਨਾਲ ਹੀ ਵਿਆਪਦੀਆਂ ਨੇ। ਸਾਰੇ ਰੋਗ ਉਹਦੇ ਭੁੱਲਣ ਦੇ ਵਿੱਚ ਹੀ ਨੇ। ਤਾਂ ਹੀ ਬਾਣੀ ਕਿਹਾ ਪਰਮੇਸ਼ਰ ਦੇ ਭੁੱਲਿਆ ਵਿਆਪਣ ਸਭੇ ਰੋਗ। ਕਦੇ ਵੀ ਕੋਈ ਮਨੁੱਖ ਪੀੜਾ ਨਾਲ ਕਹਿਰਾ ਰਿਹਾ ਹੋਏ, ਚੀਖ ਰਿਹਾ ਹੋਏ, ਉਹਨੂੰ ਕਿਸੇ ਨੂੰ ਪੁੱਛਣ ਦੀ ਲੋੜ ਨਹੀਂ ਹੈ ਮੇਰੇ ਦੁੱਖਾਂ ਦਾ, ਮੇਰੀਆਂ ਚੀਖਾਂ ਦਾ ਕਾਰਨ ਕੀ ਹੈ। ਇੱਕੋ ਹੀ ਕਾਰਨ ਹੈ ਬਸ, ਹੋਰ ਕਾਰਨ ਹੀ ਕੋਈ ਨਹੀਂ ਦੁਨੀਆ ਤੇ। ਉਸ ਨੂੰ ਭੁੱਲ ਜਾਣਾ ਹੀ ਦੁੱਖ ਹੈ, ਉਹ ਵਿਸਰ ਜਾਏ ਉਹੀ ਦੁੱਖ ਹੈ। ਜੇ ਉਹ ਯਾਦ ਆ ਜਾਏ ਇਹੀ ਸੁੱਖ ਹੈ, ਇਹੀ ਆਨੰਦ ਹੈ, ਉਹਦਾ ਯਾਦ ਆ ਜਾਣਾ। ਤਾਂ ਹੀ ਬਾਣੀ ਕਹਿੰਦੀ ਸਿਮਰੋਂ ਸਿਮਰ ਸਿਮਰ ਸੁਖ ਪਾਵੋਂ, ਕੱਲ ਕਲੇਸ਼ ਤਨ ਮਾਹੇ ਮਿਟਾਓ। ਸਿਮਰਨਾ, ਸਿਮਰਨ ਦਾ ਮਤਲਬ ਸ਼ਬਦ ਤਿੰਨ ਹੀ ਨੇ। ਸਿਮਰਨਾ ਸੰਸਕ੍ਰਿਤ, ਯਾਦ ਕਰਨਾ ਫਾਰਸੀ, ਚੇਤੇ ਕਰਨਾ ਪੰਜਾਬੀ। ਸ਼ਬਦ ਇੱਕੋ ਹੀ ਹੈ। ਇਹਨਾਂ ਤਿੰਨਾਂ ਸ਼ਬਦਾਂ ਦੇ ਵਿੱਚ ਪਿੱਛੇ ਜੋ ਭਾਵ ਹੈ ਉਹ ਇੱਕੋ ਹੀ ਹੈ, ਸਿਰਫ ਯਾਦ, ਸਿਰਫ ਚੇਤਾ, ਸਿਰਫ ਸਿਮਰਨ। ਪਰਮਾਤਮਾ ਦਾ ਸਿਮਰਨ ਹੀ ਸਾਰੇ ਦੁੱਖਾਂ ਨੂੰ ਮਿਟਾ ਦਿੰਦਾ ਹੈ। ਸੁਖਮਣੀ ਸਾਹਿਬ ਦੀ ਬਾਣੀ ਵਿੱਚ ਤਕਰੀਬਨ ਮਹਾਰਾਜ ਨੇ 70 ਤੋਂ 80 ਦੇ ਕਰੀਬ ਤਾਈਂ ਉਹ ਪੌੜੀ ਪੰਕਤੀਆਂ ਨੇ। ਅਸੀਂ ਪੜ੍ਹਾਂਗੇ ਪ੍ਰਭ ਕੈ ਸਿਮਰਨ ਰਿੱਧ ਸਿੱਧ ਨੌ ਨਿੰਦ, ਪ੍ਰਭ ਕੈ ਸਿਮਰਨ ਗਿਆਨ ਧਿਆਨ ਤਤ ਬੁੱਧ, ਪ੍ਰਭ ਕੈ ਸਿਮਰਨ ਜਪ ਤਪ ਪੂਜਾ, ਪ੍ਰਭ ਕੈ ਸਿਮਰਨ ਬਿਨਸੈ ਦੂਜਾ। ਉਹਦੇ ਸਿਮਰਨ ਦੇ ਨਾਲ ਹੀ ਸਾਰਾ ਕੁਝ ਮਿਲਦਾ ਹੈ। ਹੁਣ ਮਨੁੱਖ ਤੋਂ ਸਿਰਫ ਮਨੁੱਖ ਪਰਮਾਤਮਾ ਨੂੰ ਭੁੱਲਿਆ ਹੈ, ਔਰ ਬਾਣੀ ਕਹਿੰਦੀ ਤੇਰਾ ਭੁੱਲਣਾ ਹੀ ਰੋਗ ਬਣ ਚੁੱਕਿਆ ਹੈ। ਫਿਰ ਤੂੰ ਉਹਨੂੰ ਲੱਭ, ਹੁਣ ਕਿੱਥੇ ਭੁੱਲ ਗਏ? ਹੁਣ ਬਾਣੀ ਤੇ ਇਹ ਕਹਿੰਦੀ ਹੈ ਲੱਭਣ ਵੀ ਕਿਤੇ ਦੂਰ ਨਹੀਂ ਜਾਣਾ ਹੈ, ਤੇਰੇ ਨਾਲ ਹੀ ਤੇ ਉਹ ਰਹਿੰਦਾ ਹੈ। ਲੱਭਣ ਕਿੱਥੇ ਜਾਣਾ ਹੈ? ਸਿਰਫ ਜਿਵੇਂ ਬਾਹਰੋਂ ਮਨੁੱਖ ਆਇਆ, ਉਹਨੇ ਸੋਝੀ ਕਰਾਈ, ਤੁਹਾਡਾ ਕੜਾ ਗੁੰਮ ਨਹੀਂ ਹੋਇਆ ਹੈ, ਤੁਹਾਡੇ ਹੱਥ ਦੇ ਵਿੱਚ ਹੀ ਹੈ। ਇਵੇਂ ਬਾਹਰੋਂ ਗੁਰੂ ਆਉਂਦਾ ਹੈ, ਉਹ ਸੋਝੀ ਕਰਾਉਂਦਾ ਹੈ
ਤੈਨੂੰ ਭਟਕਣ ਦੀ ਲੋੜ ਨਹੀਂ ਹੈ, ਚਿੰਤਾ ਦੀ ਲੋੜ ਨਹੀਂ ਹੈ, ਤੇਰੇ ਨਾਲ ਹੀ ਰੱਬ ਹੈ। ਕਾਹੇ ਰੇ ਬਨ ਖੋਜਨ ਜਾਹੀ, ਸਰਬ ਨਿਵਾਸੀ ਸਦਾ ਅਲੇਪਾ ਤੋਹੀ ਸੰਗ ਸਮਾਈ। ਉਹ ਪਰਮਾਤਮਾ ਦੂਰ ਨਹੀਂ ਹੈ। ਬਾਣੀ ਤੇ ਫਿਰ ਉਦਾਹਰਣ ਵੀ ਦਿੰਦੀ ਮਿਰਗ ਦਾ। ਬਾਣੀ ਉਦਾਹਰਣ ਦਿੰਦੀ, ਕਹਿੰਦੇ ਜਿਵੇਂ ਮਿਰਗ ਦੇ ਅੰਦਰ ਕਸਤੂਰੀ ਹੁੰਦੀ ਹੈ, ਲੱਭਦਾ ਬਾਹਰ ਫਿਰਦਾ ਰਹਿੰਦਾ, ਸਾਰੀ ਉਮਰ ਹੀ ਕੱਢ ਦਿੰਦਾ, ਨਹੀਂ ਲੱਭਦੀ। ਕਿਉਂ? ਬਾਹਰ ਤੇ ਲੱਭਦਾ ਰਿਹਾ, ਅੰਦਰ ਨਹੀਂ ਲੱਭਿਆ। ਇਵੇਂ ਮਨੁੱਖ ਹੈ ਜਿਹੜਾ, ਠੀਕ ਹੈ ਪਸ਼ੂ ਦੀ ਜ਼ਿੰਦਗੀ, ਤੇ ਮੈਂ ਬੇਨਤੀ ਕਰ ਰਿਹਾ ਸੀ, ਪਸ਼ੂ ਦੀ ਜ਼ਿੰਦਗੀ ਵਿੱਚ ਪਦਾਰਥ ਨੇ, ਖਾਣਾ ਹੈ, ਸੋਣਾ ਹੈ, ਬਸ ਇੱਥੋਂ ਤੇ ਸੀਮਤ ਹੈ। ਇੰਨੀ ਕੁ ਸਮਝ ਉਹ ਰੱਖਦਾ ਹੈ। ਪਰ ਜੇ ਮਨੁੱਖ ਵੀ ਇੰਨੀ ਸਮਝ ਰੱਖੇ ਫਿਰ ਉਹ ਮਨੁੱਖ ਨਹੀਂ ਹੈ। ਬਾਣੀ ਫਿਰ ਉਸ ਨੂੰ ਪਸ਼ੂ ਹੀ ਗਿਣ ਲੈਂਦੀ ਹੈ। ਸਿਰਫ ਸਰੀਰ ਹੋ ਸਕਦਾ ਮਨੁੱਖਾਂ ਵਾਲਾ, ਸੁਰਤ ਉਹਦੀ ਸਮਝ ਪਸ਼ੂਆਂ ਤੋਂ ਵੱਡੀ ਨਹੀਂ ਹੈ। ਇਹਨੂੰ ਗੁਰੂ ਅਰਜਨ ਸਾਹਿਬ ਜੀ ਮਹਾਰਾਜ ਕਰਤੂਤ ਪਸ਼ੂ ਕੀ, ਮਾਨਸ ਜਾਤ ਲੋਕ ਪਚਾਰਾ ਕਰੈ ਦਿਨ ਰਾਤ। ਉਹਨੂੰ ਫਿਰ ਇਹ ਕਹਿ ਦਿੱਤੇ ਜਾਂਦੇ ਨੇ, ਗੁਣ ਤੇ ਤੇਰੇ ਅੰਦਰ ਪਸ਼ੂਆਂ ਵਾਲੇ ਨੇ, ਸਿਰਫ ਸਰੀਰ ਮਨੁੱਖਾਂ ਵਾਲਾ ਹੈ। ਇਹ ਦੋ ਕੈਟਾਗਰੀਆਂ ਨੇ। ਮਨੁੱਖ ਦਾ ਜਿਹੜਾ ਜਨਮ ਉਹ ਸ੍ਰੇਸ਼ਟ ਸਰਵੋਤਮ ਹੈ। ਇਸ ਦੇ ਵਿੱਚ ਹੀ ਜਿਹੜੀ ਮਨੁੱਖ ਦੀ ਸੁਰਤ ਹੈ ਉਹ ਡਿਵੈਲਪ ਹੋ ਸਕਦੀ ਹੈ, ਵੱਧ ਸਕਦੀ ਹੈ। ਸੁਰਤ ਦਾ ਮਿਲਾਪ ਹੋ ਜਾਏ ਸ਼ਬਦ ਦੇ ਨਾਲ, ਪਰਮਾਤਮਾ ਨਾਲ। ਹੋਏਗਾ ਕਿਵੇਂ? ਉਹਦੇ ਵਾਸਤੇ ਫਿਰ ਵਿਧੀ ਹੈ ਜਪਣਾ, ਉਹਨੂੰ ਯਾਦ ਕਰਨਾ। ਕੋਈ ਪੜ੍ਹ ਕੇ ਉਹਨੂੰ ਯਾਦ ਕਰਦਾ ਹੈ, ਕੋਈ ਪ੍ਰਕਿਰਤੀ ਦੇ ਵਿੱਚੋਂ ਯਾਦ ਕਰਦਾ ਹੈ। ਯਾਦ ਕਰਨ ਦੇ ਲੱਖਾਂ ਹੀ ਵਿਧੀਆਂ ਨੇ, ਬਸ ਉਹਦੀ ਯਾਦ ਹੋਣੀ ਚਾਹੀਦੀ ਹੈ। ਯਾਦ ਤੈਨੂੰ ਕਿਵੇਂ ਵੀ ਆਏ, ਉਹਦੀ ਯਾਦ ਹੋਣੀ ਚਾਹੀਦੀ ਹੈ। ਫਿਰ ਇਹ ਜਿਹੜੀ ਸੰਗਤ ਹੁੰਦੀ ਹੈ, ਇਹ ਪਰਮਾਤਮਾ ਨੂੰ ਯਾਦ ਕਰਵਾਉਂਦੀ ਹੈ। ਇਹ ਪਹਿਲਾ ਕਦਮ ਹੈ। ਜਿਸ ਮਨੁੱਖ ਦਾ ਸੰਗਤ ਵਿੱਚ ਦਿਲ ਲੱਗਦਾ ਹੈ, ਕੀਰਤਨ ਵਿੱਚ ਦਿਲ ਲੱਗਦਾ ਹੈ, ਬਾਣੀ ਕੋਈ ਸੱਚੇ ਬੋਲ ਕਿਤੇ ਵੀ ਚੱਲ ਰਹੇ ਹਨ, ਪ੍ਰੀਤਮ ਦੀ ਗੱਲ, ਪਰਮਾਤਮਾ ਦੀ ਗੱਲ ਕਿਤੇ ਵੀ ਹੋ ਰਹੀ ਹੈ, ਉਹਨੂੰ ਸੁਣ ਕੇ ਉਸ ਦੇ ਅੰਦਰ ਠੰਡਕ ਆਉਂਦੀ ਹੈ। ਬਸ ਸਮਝ ਲੈਣਾ ਚਾਹੀਦਾ ਹੈ ਇਹਦੀ ਸੁਰਤ ਚੱਲ ਪਈ ਹੈ। ਇਹ ਨਿਸ਼ਾਨੀ ਹੈ। ਬਾਣੀ ਇਹ ਕਹਿੰਦੀ ਹੈ, ਜਦੋਂ ਮਨੁੱਖ ਸੰਗਤ ਵਿੱਚ ਆ ਜਾਵੇ ਸਮਝੋ ਸੁਰਤ ਚੱਲ ਪਈ ਹੈ, ਭਾਗ ਵੱਡੇ ਬਣ ਗਏ ਨੇ। ਵੱਡ ਭਾਗੀ ਹਰ ਸੰਗਤ ਪਾਵੈ, ਵੱਡ ਭਾਗੀ ਵੱਡੇ ਭਾਗ। ਇਸ ਕਰਕੇ ਮਨੁੱਖ ਨੇ ਪਰਮਾਤਮਾ ਨੂੰ ਲੱਭਣਾ ਹੈ। ਲੱਭਣਾ ਆਪਣੇ ਅੰਦਰ ਹੀ ਹੈ, ਬਾਹਰ ਨਹੀਂ ਲੱਭਣਾ। ਅੰਦਰ ਦਾ ਮਤਲਬ ਕੀ ਹੈ? ਹੁਣ ਅੰਦਰ ਦਾ ਮਤਲਬ ਇਹ ਨਹੀਂ ਹੈ ਸਰੀਰ ਵਿੱਚ ਲੱਭਣਾ ਹੈ। ਸਰੀਰ ਵਿੱਚ ਜੇ ਹੁੰਦਾ ਫਿਰ ਤੇ ਡਾਕਟਰਾਂ ਨੂੰ ਲੱਭ ਜਾਣਾ ਸੀ। ਸਰੀਰ ਅੰਦਰ ਦਾ ਮਤਲਬ ਉਹ ਕਹਿ ਦਿੱਤਾ ਜਾਂਦਾ ਹੈ। ਅੰਦਰ ਦਾ ਮਤਲਬ ਆਪਣੇ ਮਨ ਦੇ ਵਿੱਚ ਹੀ। ਮਨ ਤੂੰ ਜੋਤ ਸਰੂਪ ਹੈ, ਆਪਣਾ ਮੂਲ ਪਛਾਣ। ਤੂੰ ਭੁੱਲ ਬੈਠਾ ਹੈ, ਪਛਾਨਣਾ ਹੈ ਬਸ। ਤੂੰ ਪਰਮਾਤਮਾ ਨੂੰ ਕਿੱਥੇ ਲੱਭੇਂਗਾ? ਤੇਰੇ ਸਾਹਮਣੇ ਖਲੋਤਾ ਹੈ, ਬਸ ਪਛਾਨਣਾ ਹੈ। ਉਹਦੀ ਪਛਾਣ ਕਰ ਲੱਭੇਗਾ ਕਿੱਥੇ? ਆਪਣੇ ਮਨ ਦੇ ਵਿੱਚ ਹੀ। ਹੁਣ ਇਹ ਕਿਵੇਂ ਲੱਭਿਆ ਜਾਂਦਾ ਹੈ? ਇਹ ਸਮਝੋ ਸਿਰਫ ਯਾਦ ਕਰੋ, ਬਾਰ-ਬਾਰ ਉਹਦਾ ਨਾਮ ਜਪੋ। ਕੋਈ ਮੂਲ ਮੰਤਰ ਜਪੇ, ਕੋਈ ਗੁਰੂ ਮੰਤਰ ਜਪੇ, ਕੋਈ ਵਾਹਿਗੁਰੂ ਵਾਹਿਗੁਰੂ ਜਪੇ, ਅੱਲਾ ਅੱਲਾ ਜਪੇ, ਜਿਵੇਂ ਮਰਜ਼ੀ। ਜਪਦਿਆਂ ਇੱਕ ਦਿਨ ਜਪ ਦੇ ਨਾਲ ਸੁਰਤ ਚੱਲ ਪਏਗੀ, ਉਹ ਯਾਦ ਹੋਣਾ ਸ਼ੁਰੂ ਹੋ ਜਾਏਗਾ। ਜਿਵੇਂ ਰਾਬੀਆ ਤੇ ਇੱਕ ਫਕੀਰ, ਰਾਬੀਆ ਫਕੀਰ ਨੂੰ ਰੋਜ਼ ਕਹਿੰਦੀ ਹੈ, ਤੂੰ ਮਸਜਿਦ ਦੇ ਵਿੱਚ ਜਾਣਾ, ਉੱਥੇ ਕੀ ਕਰਦਾ ਹੈ? ਉਹ ਕਹਿੰਦਾ ਹੈ, ਮੈਂ ਪਰਮਾਤਮਾ ਨੂੰ ਯਾਦ ਕਰਦਾ ਹਾਂ। ਕਹਿੰਦੀ ਉੱਥੇ ਤੇ ਤੂੰ ਯਾਦ ਕਰ ਲੈਣਾ, ਬਾਹਰ ਆ ਕੇ ਤੇ ਬਿਲਕੁਲ ਖਤਮ ਹੋ ਜਾਂਦਾ ਹੈ। ਇੱਕ ਦਿਨ ਰਾਬੀਆ ਵੀ ਬਾਹਰ ਖੜੀ ਸੀ, ਰਾਤ ਦੇ ਹਨੇਰੇ ਵਿੱਚ ਝਾੜੂ ਫੇਰ ਰਹੀ ਸੀ। ਉਹ ਫਕੀਰ ਆਉਂਦਾ ਹੈ ਉਹਦੇ ਕੋਲ, ਪੁੱਛਦਾ ਕੀ ਕਰ ਰਹੀ ਹੈ? ਕਹਿੰਦੇ ਮੇਰੀ ਸੂਈ ਗਵਾਚ ਗਈ ਹੈ, ਉਹ ਲੱਭ ਰਹੀ ਹਾਂ। ਕਹਿੰਦੇ ਸੂਈ ਗਵਾਚੀ ਕਿੱਥੇ ਹੈ? ਕਹਿੰਦੇ ਅੰਦਰ ਘਰ ਦੇ ਵਿੱਚ। ਕਹਿੰਦੇ ਤੂੰ ਕਮਲੀ ਹੋ ਗਈ ਹੈ, ਪਾਗਲ ਹੋ ਗਈ ਹੈ? ਸੂਈ ਘਰ ਵਿੱਚ ਗਵਾਚੀ ਹੈ, ਲੱਭਣ ਬਾਹਰ ਨਹੀਂ ਹੈ। ਕਹਿੰਦੀ ਫਕੀਰ ਇਹੀ ਤੇ ਮੈਂ ਤੈਨੂੰ ਗੱਲ ਸਮਝਾਉਣੀ ਚਾਹ ਰਿਹਾ, ਇਹੀ ਤੇ ਤੈਨੂੰ ਸਮਝਾਉਣਾ ਚਾਹੁੰਦੀ ਹਾਂ। ਪਰਮਾਤਮਾ ਤੇਰੇ ਅੰਦਰ ਹੈ, ਤੂੰ ਉਹਨੂੰ ਬਾਹਰ ਕਿਉਂ ਲੱਭ ਰਿਹਾ? ਆਨੰਦ ਤੇਰੇ ਅੰਦਰ ਹੈ। ਆਨੰਦ ਮਨੁੱਖ ਦੇ ਅੰਦਰ ਹੈ, ਮਨੁੱਖ ਬਾਹਰ ਲੱਭਦਾ ਹੈ। ਸਰੀਰ ਦੇ ਵਿੱਚ ਜੁੜ ਕੇ
ਮਨੁੱਖ ਨੂੰ ਆਨੰਦ ਆਉਂਦਾ ਕੁਝ ਵੇਖ ਕੇ। ਜਦੋਂ ਵੇਖਦਾ ਹੈ ਮਨ ਦੀ ਸੁਰਤ ਇੰਨੀ ਕੀ ਹੈ, ਕੁਝ ਵੇਖ ਕੇ ਕਹਿੰਦਾ ਬਹੁਤ ਆਨੰਦ ਆ ਗਿਆ। ਹਰਿਆਣੇ ਵਿੱਚ ਰਹਿੰਦਾ, ਜੰਮੂ ਕਸ਼ਮੀਰ ਵਿੱਚ ਕਹਿੰਦੇ ਬੜਾ ਆਨੰਦ ਆਇਆ, ਕਿਉਂ? ਅੱਖਾਂ ਨੇ ਕੁਝ ਵੇਖ ਲਿਆ। ਆਨੰਦ ਆਉਂਦਾ ਇਹਨੂੰ, ਜੀਭ ਦੇ ਥਾਣੀ ਕੁਝ ਖਾ ਲਿਆ, ਕਹਿੰਦੇ ਆਨੰਦ ਆ ਗਿਆ। ਰੂਪ ਰਸ ਸਪਰਸ਼ ਗੰਧ, ਸਿਰਫ ਇਹਨਾਂ ਦੇ ਵਿੱਚ ਇਹ ਫਸ ਗਿਆ ਹੈ। ਮਨ ਨੇ ਆਪਣੇ ਆਪ ਨੂੰ ਤਨ ਸਮਝ ਲਿਆ ਹੈ, ਭਾਵੇਂ ਇਹ ਦੋਵੇਂ ਜੁੜੇ ਹੋਏ ਨੇ। ਮਨ ਤੇ ਤਨ ਆਪਸ ਵਿੱਚ ਜੁੜੇ ਹੋਏ ਨੇ। ਜੇ ਸਰੀਰ ਦੇ ਵਿੱਚ ਮਨ ਨਾ ਹੋਏ ਫਿਰ ਤਨ ਤੇ ਜੋ ਮਰਜ਼ੀ ਮਾਰੀ ਜਾਓ, ਮਨ ਨੂੰ ਪਤਾ ਨਹੀਂ ਲੱਗਦਾ। ਜੇ ਸਰੀਰ ਨੂੰ ਕੋਈ ਪਤਾ ਨਹੀਂ ਹੈ, ਸਿਰਫ ਮਨ ਨਾ ਹੋਏ, ਭਾਵੇਂ ਇਹਨੂੰ ਤੁਸੀਂ ਤਲਵਾਰ ਨਾਲ ਵੱਢ ਦਿਓ, ਇਹ ਚੀਕ ਨਹੀਂ ਮਾਰੇਗਾ, ਕਿਉਂਕਿ ਮਨ ਇਹਦੇ ਅੰਦਰ ਨਹੀਂ ਹੈ। ਕਿਉਂਕਿ ਸਰੀਰ ਦੀ ਸਾਰੀ ਇਨਫੋਰਮੇਸ਼ਨ ਸਰੀਰ ਤੋਂ ਬਾਹਰੋਂ ਅੰਦਰ ਨੂੰ ਜਾਂਦੀ ਹੈ। ਜਿੰਨੇ ਵੀ ਪਦਾਰਥ ਨੇ, ਬਾਹਰੋਂ ਰੋਟੀ ਖਾਧੀ ਹੈ, ਜ਼ੁਬਾਨ ਤੇ ਰੱਖੀ ਹੈ, ਕੌੜੀ ਹੈ ਕਿ ਮਿੱਠੀ ਹੈ, ਕੌਣ ਦੱਸੇਗਾ? ਨਿਰਣਾ ਕੌਣ ਕਰੇਗਾ? ਮਨ। ਤੰਤੂ ਨੇ ਜਿਹੜੇ ਜੀਭ ਤੇ ਲੱਗੇ, ਇਹ ਇਨਫੋਰਮੇਸ਼ਨ, ਇਹ ਜਾਣਕਾਰੀ ਪਹੁੰਚਾ ਦੇਣਗੇ ਮਨ ਦੇ ਕੋਲ। ਇਸ ਕਰਕੇ ਬਾਹਰੀ ਤੌਰ ਤੇ ਜਿੰਨੇ ਵੀ ਰਸ ਆਉਂਦੇ ਨੇ, ਇਹ ਰਸ ਮਨੁੱਖ ਨੂੰ ਬੜੇ ਵੱਡੇ ਲੱਗਦੇ ਨੇ, ਤਾਂ ਕਰਕੇ ਇਹ ਰਸ ਛੱਡੇ ਨਹੀਂ ਜਾਂਦੇ। ਮਹਾਰਾਜ ਨੇ 9 ਰਸਾਂ ਦਾ ਜ਼ਿਕਰ ਕੀਤਾ ਹੈ। ਕਹਿੰਦੇ ਨੇ ਜਦੋਂ ਤਾਈਂ ਇਹਨਾਂ 9 ਰਸਾਂ ਦੇ ਵਿੱਚ ਸਰੀਰ ਜੁੜਿਆ ਹੋਇਆ ਹੈ, ਉਦੋਂ ਤਾਈਂ ਇਹਨੂੰ ਜਿਹੜਾ ਪਰਮਾਤਮ ਰੂਪੀ ਰਸ ਹੈ ਉਹ ਆਉਣਾ ਹੀ ਨਹੀਂ ਹੈ। ਜਿਸ ਮਹਾਰਾਜ ਕਹਿੰਦੇ ਨੇ ਰਸ ਰੂਪਾ, ਜਿਹਦੇ ਵਿੱਚ ਇਹ 9 ਰਸ ਸ਼੍ਰੀ ਰਾਗ ਦੇ ਵਿੱਚ ਮਹਾਰਾਜ ਨੇ ਗਿਣਾਏ ਹਨ। ਰਸ ਹੋਇਨਾ ਰਸ ਰੂਪਾ ਕਾਮਣ, ਰਸ ਪਰਮਲ ਕੀ ਵਾਸ, ਰਸ ਘੋੜੇ ਰਸ ਸੇਜਾ ਮੰਦਰ, ਰਸ ਮਿੱਠਾ ਰਸ ਮਾਸ, ਇਤੇ ਰਸ ਸਰੀਰ ਕੇ ਕਹਿ ਘਟ ਨਾਮ ਨਿਵਾਸ। ਇਹ 9 ਰਸ ਨੇ। ਜਦੋਂ ਤਾਈਂ ਮਨੁੱਖ ਬਾਹਰੀ ਤੌਰ ਤੇ ਸੋਨੇ ਦੇ ਨਾਲ ਜੁੜ ਕੇ ਆਪਣੀ ਵਡਿਆਈ ਸਮਝ ਰਿਹਾ ਹੈ, ਬਾਹਰੀ ਤੌਰ ਤੇ ਵੱਡਾ ਘਰ ਬਣਾ ਲਿਆ, ਲੋਕ ਇਸ ਦੀ ਵਡਿਆਈ ਕਰ ਦਿੰਦੇ ਨੇ, ਇਹਦੇ ਵਿੱਚ ਹੀ ਆਪਣੇ ਆਪ ਨੂੰ ਵੱਡਾ ਸਮਝ ਬੈਠਾ ਹੈ। ਜਦੋਂ ਤਾਈਂ ਇਹਨਾਂ ਵਿੱਚ ਜੁੜਿਆ ਹੈ, ਪਰਮਾਤਮਾ ਦਾ ਰਸ ਇਹਨੂੰ ਨਹੀਂ ਆਏਗਾ। ਉਹ ਬਹੁਤ ਵੱਡਾ ਹੈ, ਇਹਦਾ ਰਸ ਪਤਾ ਲੱਗੇਗਾ ਸੰਗਤ ਵਿੱਚ ਆ ਕੇ। ਹੌਲੀ ਹੌਲੀ ਤੁਰਾਂਗੇ, ਅੱਜ ਤੁਰਾਂਗੇ, ਕੱਲ੍ਹ ਨੂੰ ਤੁਰਾਂਗੇ। ਇੱਕ ਦਿਨ ਬਾਣੀ ਤੇ ਕਹਿੰਦੀ ਹੈ, ਬੱਜਰ ਕਪਾਟ ਨਾ ਖੁੱਲ੍ਹਣੀ, ਗੁਰ ਸ਼ਬਦ ਖੁੱਲੀ ਜਾਏ। ਤੇ ਗੁਰੂ ਦਾ ਸ਼ਬਦ ਅਸਰ ਹੀ ਉਦੋਂ ਕਰੇਗਾ ਜਦੋਂ ਮਨ ਨਿਰਮਲ ਹੋ ਜਾਏਗਾ। ਉਸ ਤੋਂ ਪਹਿਲਾਂ ਅਸਰ ਨਹੀਂ ਹੁੰਦਾ। ਜਦੋਂ ਤਾਈਂ ਚਿੱਤ ਕਠੋਰ ਹੈ, ਕਠੋਰ ਚਿੱਤ ਤੇ ਕੋਈ ਅਸਰ ਨਹੀਂ ਹੁੰਦਾ। ਜਿਵੇਂ ਪੱਥਰ ਦੇ ਉੱਤੇ ਪਾਣੀ ਦਾ ਕੋਈ ਅਸਰ ਨਹੀਂ ਹੁੰਦਾ, ਕਠੋਰ ਮਨ ਤੇ ਗੁਰਬਾਣੀ ਦਾ ਕੋਈ ਅਸਰ ਨਹੀਂ ਹੁੰਦਾ। ਮਨ ਨਿਰਮਲ ਚਾਹੀਦਾ ਹੈ, ਮੈਲੇ ਮਨ ਤੇ ਗੁਰਬਾਣੀ ਦਾ ਅਸਰ ਨਹੀਂ ਹੈ। ਔਰ ਮਨ ਨਿਰਮਲ ਹੁੰਦਾ ਹੈ ਸੇਵਾ ਵਿੱਚ ਲੱਗ ਕੇ, ਸਤ ਸੰਗਤ ਦੀ ਸੇਵਾ ਕਰੇ, ਗੁਰੂ ਦੀ ਸੇਵਾ ਕਰੇ, ਨਾਮ ਜਪੇ, ਬੰਦਗੀ ਕਰੇ। ਉਸ ਨੂੰ ਬੰਦਗੀ ਦਾ ਮਤਲਬ ਉਹਦੇ ਭਾਣੇ ਵਿੱਚ ਰਵੇ, ਉਹਨੂੰ ਯਾਦ ਕਰੇ। ਐਵੇਂ ਮਨ ਨਿਰਮਲ ਹੁੰਦਾ ਹੈ। ਫਿਰ ਜਦੋਂ ਮਨ ਨਿਰਮਲ ਹੁੰਦਾ ਹੈ, ਇੱਕ ਇੱਕ ਸ਼ਬਦ ਇਹਦੇ ਅੰਦਰੋਂ ਵਿਰਾਗ ਦੇ ਅਥਰੂ ਪੈਦਾ ਕਰ ਦਿੰਦਾ ਹੈ। ਵਿਰਾਗ ਦੇ ਹੰਝੂ ਇਸ ਦੇ ਅੰਦਰੋਂ ਚੱਲ ਪੈਂਦੇ ਨੇ। ਇੱਕ ਇੱਕ ਸ਼ਬਦ ਯਾਦ ਰੱਖੋਗੇ ਸਾਧ ਸੰਗਤ। ਪਰਮਾਤਮਾ ਦੀ ਕੋਈ ਇੱਕ ਗੱਲ ਵੀ ਤੁਹਾਡੇ ਸਾਹਮਣੇ ਕਰੇਗਾ, ਵਿਰਾਗ ਦੇ ਅਥਰੂ ਅੰਦਰੋਂ ਪੈਦਾ ਹੋ ਜਾਣਗੇ। ਫਿਰ ਗੁਰਬਾਣੀ ਦਾ ਜੋ ਅਸੀਂ ਕਹਾਂਗੇ, ਰਹਿਰਾਸ ਸਾਹਿਬ ਦਾ ਪਾਠ ਕਰਾਂਗੇ, ਸੋ ਪੁਰਖ ਨਿਰੰਜਨ, ਹਰ ਪੁਰਖ ਨਿਰੰਜਨ, ਹਰ ਅਗੰਮਾ ਅਗੰਮ ਅਪਾਰਾ। ਜਦੋਂ ਇਹ ਸ਼ਬਦ ਪੜਾਂਗੇ, ਬੜਾ ਵਿਰਾਗ ਅੰਦਰੋਂ ਪੈਦਾ ਹੋਏਗਾ। ਜਦੋਂ ਸ਼ਬਦ ਪੜਾਂਗੇ, ਮੇਰਾ ਮਨ ਲੋਚੈ ਗੁਰਦਰਸ਼ਨ ਤਾਈ, ਬਿਲਪ ਕਰੇ ਚਾਤਰੀ ਕੀ ਨਿਆਈ, ਇਹ ਸ਼ਬਦ ਮਨੁੱਖ ਦੇ ਅੰਦਰ ਵਿਰਾਗ ਪੈਦਾ ਕਰਨਾ ਸ਼ੁਰੂ ਕਰ ਦੇਣਗੇ। ਜਿਸ ਦਿਨ ਵਿਰਾਗ ਪੈਦਾ ਹੋਏਗਾ, ਉਸ ਦਿਨ ਸਮਝ ਲੈਣਾ ਚਾਹੀਦਾ ਹੈ ਮਨੁੱਖ ਪਰਮਾਤਮਾ ਵੱਲ ਚੱਲ ਪਿਆ ਹੈ। ਵਿਖਿਆ ਨ ਸਿਉ ਕਾਹੇ ਰਚਿਓ, ਨਿਮਖ ਨਾ ਹੋਏ ਉਦਾਸ। ਜਦੋਂ ਤਾਈਂ ਵਿਸ਼ਿਆਂ ਵਿੱਚ ਮਨ ਰਚਿਆ ਹੈ, ਉਦੋਂ ਤਾਈਂ ਇਹ ਉਦਾਸ ਨਹੀਂ ਹੁੰਦਾ, ਇਹਦੇ ਵਿੱਚ ਵਿਰਾਗ ਪੈਦਾ ਨਹੀਂ ਹੁੰਦਾ। ਜਦੋਂ ਤਾਈਂ ਵਿਰਾਗ ਪੈਦਾ ਨਹੀਂ ਹੋਏਗਾ, ਉਦੋਂ ਤਾਈਂ ਦੁਨੀਆ ਦਾ ਤਿਆਗ ਪੈਦਾ ਨਹੀਂ ਹੋਏਗਾ। ਜਦੋਂ ਤਾਈਂ ਤਿਆਗ ਪੈਦਾ ਨਹੀਂ ਹੋਏਗਾ, ਉਦੋਂ ਤਾਈਂ ਪਰਮਾਤਮਾ ਦਾ ਮਿਲਨ ਨਹੀਂ ਹੈ। ਤਿਆਗ ਦਾ ਮਤਲਬ ਇਹ ਨਹੀਂ ਹੈ ਦੁਨੀਆ ਛੱਡ ਦੇਣੀ ਹੈ, ਐਸਾ ਮਤਲਬ ਨਹੀਂ ਹੈ ਤਿਆਗ ਦਾ। ਤਿਆਗ ਦਾ ਮਤਲਬ ਹੈ ਰਹਿਣਾ ਵੀ ਕਮਲ, ਜਿਵੇਂ ਕਮਲ ਹੈ, ਰਹਿਣਾ ਵੀ ਪਾਣੀ ਦੇ ਵਿੱਚ ਹੈ, ਪਰ ਉੱਚੇ ਉੱਠ ਕੇ ਰਹਿਣਾ ਹੈ। ਐਸਾ ਹੀ ਵਿਰਾਗ ਤੇ ਤਿਆਗ ਦਾ ਰਸ ਹੈ। ਆਓ ਜਿਵੇਂ ਹੁਣ ਕਥਾ ਚੱਲ ਰਹੀ ਹੈ ਲੜੀਵਾਰ, ਉਸ ਨੂੰ ਸ਼ਰਵਣ ਕਰੀਏ।
ਸੰਤੋਖ ਸਰ ਦੇ ਸਰੋਵਰ ਦੀ ਸੇਵਾ ਗੁਰੂ ਅਰਜਨ ਸਾਹਿਬ ਜੀ ਮਹਾਰਾਜ ਕਰਾਉਂਦੇ ਹਨ। ਆਓ ਕਿਵੇਂ ਉਹ ਸੇਵਾ ਚੱਲਦੀ ਹੈ ਧਿਆਨ ਪੂਰਵਕ ਸ਼ਰਵਣ ਕਰੀਏ। ਆਰੰਭ ਕਰਨ ਤੋਂ ਪਹਿਲਾਂ ਸਤਿਗੁਰੂ ਜੀ ਵੱਲੋਂ ਬਖਸ਼ੇ ਪਾਵਨ ਗੁਰਮੰਤਰ ਨਾਲ ਸਾਂਝ ਪਾਈਏ। ਸਤਨਾਮ ਸ਼੍ਰੀ ਵਾਹਿਗੁਰੂ, ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਸ੍ਰੀ ਅਰਜਨ ਜੀ ਗੁਰ ਕਹੇ, ਪਰ ਉਪਕਾਰੀ ਪੀਨ। ਸ਼੍ਰੀ ਗੁਰੂ ਅਰਜਨ ਸਾਹਿਬ ਜੀ ਮਹਾਰਾਜ ਪਰਉਪਕਾਰੀ ਗੁਰ ਹੋਏ ਨੇ। ਬੜਾ ਵੱਡਾ ਪਰਉਪਕਾਰ ਉਹਨਾਂ ਇਸ ਧਰਤੀ ਦੇ ਉੱਤੇ ਕੀਤਾ ਹੈ। ਕਰਹਿ ਉਦਾਹਰਨ ਅਨੇਕ ਹੀ, ਦੇ ਉਪਦੇਸ਼ ਪ੍ਰਵੀਨ। ਸੱਚੇ ਪਾਤਸ਼ਾਹ ਪਤਾ ਨਹੀਂ ਕਿੰਨਿਆਂ ਲੋਕਾਂ ਦਾ ਉਧਾਰ ਕਰਦੇ ਨੇ। ਬੜਾ ਸ੍ਰੇਸ਼ਟ ਉਹਨਾਂ ਨੂੰ ਉਪਦੇਸ਼ ਦਿੰਦੇ ਨੇ। ਜਿਵੇਂ ਜਿਵੇਂ ਉਹ ਉਪਦੇਸ਼ ਦਿੰਦੇ ਨੇ, ਪਤਾ ਨਹੀਂ ਕਿੰਨੇ ਲੋਕ ਮਾੜੀ ਮੱਤ ਵੱਲੋਂ ਉਲਟ ਕੇ ਚੰਗੀ ਮੱਤ ਵੱਲ ਚੱਲ ਪੈਂਦੇ ਹਨ। ਚਉਪਈ ਬਚਨ ਪਿਤਾ ਕੇ ਸਿਮਰਨ ਕਰੇ, ਤੀਰਥ ਸਿਰਜਨ ਇੱਛਾ ਧਰੇ। ਆਪਣੇ ਪਿਤਾ ਜੀ ਦੇ ਬਚਨ ਯਾਦ ਕੀਤੇ ਨੇ। ਗੁਰੂ ਰਾਮਦਾਸ ਮਹਾਰਾਜ ਜੀ ਦੇ ਬਚਨ ਯਾਦ ਕੀਤੇ ਨੇ ਵੀ ਉਹਨਾਂ ਕਿਹਾ ਸੀ ਸਰੋਵਰ ਦੀ ਸੇਵਾ ਕਰਾਉਣੀ ਹੈ। ਤੇ ਮਨ ਵਿੱਚ ਇੱਛਾ ਵੀ ਇਹੀ ਹੈ ਵੀ ਸਤਿਗੁਰੂ ਜੀ ਮਹਾਰਾਜ ਕਿਰਪਾ ਕਰਨ ਅਸੀਂ ਸਰੋਵਰ ਦੀ ਸੇਵਾ ਕਰਵਾ ਸਕੀਏ। ਕਰਿਓ ਪ੍ਰਥਮ ਬੀਤਿਓ ਚਿਰਕਾਲ, ਪੁਨ ਇਕੱਤਰ ਹੋਏ ਨੀਰ ਵਿਸਾਲ। ਗੁਰੂ ਰਾਮਦਾਸ ਜੀ ਨੇ ਜਿਹੜਾ ਪਾਵਨ ਸੰਤੋਖ ਸਰ ਸਾਹਿਬ ਦਾ ਸਰੋਵਰ ਹੈ, ਡਾਕਟਰ